ਸਤਿ ਸ਼੍ਰੀ ਅਕਾਲ। ਲੋਕਰਾਣਾ ਚੈਨਲ ਪੰਜਾਬੀ ਦੇ ਪ੍ਰੋਗਰਾਮ ਸਿੱਧੇ ਸਵਾਲ ਦੇ ਵਿੱਚ ਸਾਰੇ ਦਰਸ਼ਕਾਂ ਨੂੰ ਜੀ ਆਇਆਂ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਕਿਸਾਨੀ ਮਸਲੇ ਤੇ ਗੱਲਬਾਤ ਕਰਨ ਦੇ ਲਈ ਸਿਆਸੀ ਮਾਹਿਰ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਸਾਹਿਬ ਜੀ ਆਇਆਂ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਸਰੋਤਿਆਂ ਨੂੰ ਜੀ, ਬਹੁਤ ਧੰਨਵਾਦ ਤੁਹਾਡਾ। ਦਰਸ਼ਕੋ, ਤੁਹਾਨੂੰ ਕਲੀਅਰ ਕਰ ਦੇਣਾ ਚਾਹੁੰਦੇ ਹਾਂ ਕਿ ਅੱਜ ਦਾ ਜੋ ਪ੍ਰੋਗਰਾਮ ਹੋਊਗਾ, ਕਿਸਾਨ ਆਗੂਆਂ ਵੱਲੋਂ ਜੋ ਫੈਸਲੇ ਲਏ ਗਏ ਨੇ ਕਿ ਕਿਸਾਨ ਆਗੂ ਹੁਣ ਸਿਆਸਤ ਕਰਨਗੇ। ਭਾਵੇਂ SSM ਬਣ ਚੁੱਕਿਆ, 10 ਨਾਮ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਅਲੱਗ-ਅਲੱਗ ਕੈਂਡੀਡੇਟ ਉਤਾਰੇ ਗਏ ਨੇ। ਕਿਸਾਨੀ ਅੰਦੋਲਨ ਦੇ ਵਿੱਚ ਜੋ ਜਿਨ੍ਹਾਂ ਦਾ ਇੱਕ ਫੇਸ ਬਣ ਕੇ ਉੱਭਰਿਆ ਸੀ, ਇੱਕ ਟਿਕਟ ਉਹ ਦਿੱਤੀ ਗਈ ਹੈ ਜੋ ਆਮ ਆਦਮੀ ਪਾਰਟੀ ਵੱਲੋਂ ਕੱਟ ਦਿੱਤੀ ਗਈ ਸੀ ਟਿਕਟ, ਤੇ ਉਹ ਸੰਘੇ ਹੋਰਾਂ ਨੂੰ ਫਿਰ ਕਿਸਾਨਾਂ ਵੱਲੋਂ ਹੁਣ ਉਮੀਦਵਾਰ ਬਣਾ ਕੇ ਮੈਦਾਨ 'ਚ ਉਤਾਰਿਆ ਗਿਆ। ਤੁਹਾਡੇ ਯਾਦ ਹੋਊਗਾ, ਥੋੜ੍ਹੇ ਦਿਨ ਪਹਿਲਾਂ ਧਾਲੀਵਾਲ ਸਾਹਿਬ ਨੇ ਪ੍ਰੋਗਰਾਮ ਕੀਤਾ ਸੀ ਕਿ ਗੁਰਨਾਮ ਸਿੰਘ ਚਰੂਨੀ ਪ੍ਰੈਸ ਕਾਨਫਰੰਸ ਕਰਕੇ ਆਪਣੇ 10 ਬੰਦਿਆਂ ਦੀ ਸੂਚੀ ਜਾਰੀ ਕਰਨ ਲੱਗੇ ਸੀ। ਬਲਵੀਰ ਸਿੰਘ ਰਾਜੇਵਾਲ SSM ਵੱਲੋਂ ਰੋਕ ਦਿੱਤੇ ਗਏ ਸੀ ਕਿ ਸ਼ਾਇਦ ਅਲਾਈਅੰਸ ਹੋ ਜਾਊਗਾ। ਸਾਰਿਆਂ ਨੂੰ ਲੱਗਦਾ ਸੀ ਕਿ ਰਸਮੀ ਤਾਂ ਐਲਾਨ ਹੋ ਚੁੱਕਿਆ, ਸਿਰਫ ਐਲਾਨ ਹੋਣਾ ਬਾਕੀ ਹੈ। ਅਲਾਈਅੰਸ ਤਾਂ ਰਸਮੀ ਹੋ ਚੁੱਕਿਆ, ਪਰ ਹੁਣ ਗੁਰਨਾਮ ਸਿੰਘ ਚਰੂਨੀ ਹੋਰੀ ਕਹਿੰਦੇ ਕਿ ਸਾਨੂੰ ਇਗਨੋਰ ਕੀਤਾ ਜਾ ਰਿਹਾ ਇਸ ਮਾਮਲੇ ਦੇ ਵਿੱਚ। ਹੋ ਸਕਦਾ ਕਿ ਅਸੀਂ 117 ਸੀਟਾਂ ਤੇ ਗੁਰਨਾਮ ਸਿੰਘ ਚਰੂਨੀ ਕਹਿੰਦੇ ਕਿ ਅਸੀਂ ਆਪਣੇ ਬੰਦੇ ਉਤਾਰ ਦਈਏ। ਬਲਵੀਰ ਸਿੰਘ ਰਾਜੇਵਾਲ 10 ਕੈਂਡੀਡੇਟ ਦੇ ਨਾਮ ਨੇ ਜੋ ਅਨਾਊਂਸ ਕਰ ਚੁੱਕੇ ਨੇ। ਅਸਲ ਦੇ ਵਿੱਚ ਜੋ ਸਮਝੌਤਾ ਹੁੰਦੇ ਦਿਖਾਈ ਦਿੰਦਾ ਕਿ ਇਹ ਰਹਿ ਗਿਆ। ਜਿਵੇਂ ਆਪ ਨਾਲ ਲੱਗਦਾ ਸੀ ਕਿ ਗੱਠਜੋੜ ਹੋ ਜਾਊਗਾ, ਪਰ ਨਹੀਂ ਹੋ ਪਾਇਆ। ਹੁਣ ਲੱਗਦਾ ਸੀ ਕਿ ਗੁਰਨਾਮ ਸਿੰਘ ਚਰੂਨੀ ਹੋਰਾਂ ਦੇ ਨਾਲ ਗੱਠਜੋੜ ਹੋ ਜਾਊਗਾ, ਉਹ ਵੀ ਹੁਣ ਲੱਗਦਾ ਕਿ ਗੱਲ ਵਿੱਚ ਹੀ ਰਹਿ ਜੂਗੀ। ਨੁਕਸਾਨ ਹੋਊਗਾ ਜਾਂ ਫਾਇਦਾ ਹੋਊਗਾ, ਸਾਰੇ ਮਸਲੇ ਤੇ ਗੱਲਬਾਤ ਕਰਾਂਗੇ। ਪ੍ਰੋਫੈਸਰ ਸਾਹਿਬ, ਆਖਰ ਜਿਵੇਂ ਆਪ ਨਾਲ ਹੋਇਆ ਸੀ ਕਿ ਗੱਲ ਚੱਲਦੀ ਹੈ ਪਰ ਸਿਰੇ ਨਾ ਲੱਗੀ, ਹੁਣ ਮੈਨੂੰ ਲੱਗਦਾ ਕਿ ਕਿਸਾਨਾਂ ਦਾ ਆਪਸੀ ਵੀ ਇਹ ਰੌਲਾ ਰਹੂਗਾ। ਗੁਰਨਾਮ ਸਿੰਘ ਚਰੂਨੀ ਕਹਿੰਦੇ ਕਿ ਸਾਨੂੰ ਇਗਨੋਰ ਕੀਤਾ ਜਾ ਰਿਹਾ, ਜੇ ਨਹੀਂ ਸਾਡੀ ਸੁਣਵਾਈ ਹੋਊਗੀ ਅਸੀਂ ਤਾਂ ਸਾਰੀਆਂ ਸੀਟਾਂ 'ਤੇ ਆਪਣੇ ਬੰਦੇ ਖੜਾ ਦਾਂਗੇ। ਦੂਜੇ ਪਾਸੇ SSM ਵੱਲੋਂ 10 ਆਪਣੇ ਕੈਂਡੀਡੇਟਾਂ ਦੀ ਸੂਚੀ ਜਾਰੀ ਕਰਤੀ। ਦੇਖੋ, ਮੈਂ ਇਹ ਗੱਲ ਤੁਹਾਨੂੰ ਪਹਿਲੀਆਂ ਇੰਟਰਵਿਊਜ਼ ਦੇ ਵਿੱਚ ਵੀ ਸਮੇਂ-ਸਮੇਂ 'ਤੇ ਕਹਿੰਦਾ ਰਿਹਾ। ਮੇਰਾ ਅੰਕਲਨ ਇਹੀ ਸੀ ਕਿ ਜਿੰਨੀ ਦੇਰ ਸਾਂਝੀ ਇੱਕ ਪਾਰਟੀ ਬਣ ਕੇ ਕੋਈ ਮਕੈਨਿਜ਼ਮ, ਕੋਈ ਕਮੇਟੀ ਨਹੀਂ ਬਣ ਜਾਂਦੀ ਕਿ ਆਹ ਜਿਹੜੇ ਫਾਈਨਲ ਅਥਾਰਟੀ ਹੋਏਗੀ ਇਹ ਡਿਸਾਈਡ ਕਰਨਗੇ ਕਿ ਟਿਕਟਾਂ ਕਿਹਨੂੰ ਦੇਣੀਆਂ ਨੇ ਜੀ, ਇਸ ਤਰ੍ਹਾਂ ਉਹ ਕਰ ਨਹੀਂ ਸਕੇ। ਜਿੰਨੀਆਂ ਜਥੇਬੰਦੀਆਂ ਹੁਣ ਇਕੱਠੀਆਂ ਹੋਈਆਂ ਨੇ, ਉਹ ਜਥੇਬੰਦੀਆਂ ਦੀ ਆਪਣੀ ਪੋਜੀਸ਼ਨ ਇੰਡੀਪੈਂਡੈਂਟ ਉਵੇਂ ਜਿਵੇਂ ਰੱਖੀ ਹੋਈ ਹੈ ਸਭ ਨੇ। ਮੈਂ ਚੜੂਨੀ ਸਾਹਿਬ ਦਾ ਵੀ TV ਤੇ ਸੁਣ ਰਿਹਾ ਸੀ, ਉਹ ਇਹ ਕਹਿ ਰਹੇ ਸੀ ਕਿ ਅਸੀਂ ਵੱਧ ਸੀਟਾਂ ਮੰਗਦੇ ਸੀ ਜਾਂ ਸਾਡਾ ਹੱਕ ਹੈ ਵੱਧ ਸੀਟਾਂ ਮੰਗਣਾ। ਮਤਲਬ ਹੁਣ ਇਹਦੇ ਵਿੱਚ ਫਾਰਮੂਲਾ ਕਿਵੇਂ ਦੇਖਿਆ ਜਾਵੇ? ਜੇ ਕਿਹਾ ਜਾਂਦਾ ਹੈ ਕਿ ਚੜੂਨੀ ਸਾਹਿਬ 25 ਸੀਟਾਂ ਮੰਗਦੇ ਸੀ ਜਾਂ 20 ਮੰਗਦੇ ਸੀ, 18 ਮੰਗਦੇ ਸੀ, 15 ਮੰਗਦੇ ਸੀ, ਜੋ ਉਹਨਾਂ ਵੱਲੋਂ ਇਹ ਕਿਹਾ ਕਿ ਸਾਨੂੰ ਸਿਰਫ 9 ਆਫਰ ਹੋਈਆਂ ਨੇ। ਜੇ ਆਪਾਂ ਇਹ ਕਹਿ ਦਈਏ ਕਿ ਇਹਦੇ ਵਿੱਚ 20 ਜਾਂ 21 ਜਥੇਬੰਦੀਆਂ ਨੇ ਤੇ ਉਹਨੂੰ ਜੇ ਆਪਾਂ 10 ਨਾਲ ਗੁਣਾ ਕਰ ਲਈਏ 200 ਸੀਟਾਂ ਕਿੱਥੋਂ ਆਉਣਗੀਆਂ? ਮਤਲਬ ਇਹ ਕ੍ਰਾਈਟੇਰੀਆ ਕਿਵੇਂ ਹੋਏਗਾ ਕਿ ਕਿਹੜੀ ਜਥੇਬੰਦੀਆਂ ਦੀ ਘੱਟ ਸੀਟਾਂ ਹੋਣਗੀਆਂ, ਕਿਹੜੇ ਦੀਆਂ ਵੱਧ? ਜੇ ਗੁਰਨਾਮ ਸਿੰਘ ਚੜੂਨੀ ਨੂੰ ਇਕੱਲੇ ਨੂੰ 25 ਦੇ ਦਿੱਤੀਆਂ ਜਾਣਗੀਆਂ ਤਾਂ ਬਾਕੀ ਜਥੇਬੰਦੀਆਂ ਕਿਹੜੇ ਫਾਰਮੂਲੇ ਤਹਿਤ ਤੈਅ ਹੋਣਗੀਆਂ ਤੇ ਉਹਨਾਂ ਦੀਆਂ 25 ਸੀਟਾਂ ਲਈ ਕਿਹੜਾ ਫਾਰਮੂਲਾ ਹੈ? ਇਹ ਮੈਂ ਤੁਹਾਨੂੰ ਪਹਿਲੇ ਦਿਨ ਤੋਂ ਇਹ ਗੱਲ ਕਹਿ ਰਿਹਾ ਕਿ ਇਹ ਬਹੁਤ ਔਖਾ ਕੰਮ ਹੈ। ਇੱਥੇ ਕਿਤੇ ਨਾ ਕਿਤੇ ਪੇਚ ਫਸਣਗੇ। ਹਾਲੇ ਇਕੱਲੇ ਗੁਰਨਾਮ ਸਿੰਘ ਚੜੂਨੀ ਦਾ ਨਹੀਂ, ਕਿਸੇ ਹੋਰ ਜਥੇਬੰਦੀ ਦਾ ਵੀ ਫਸ ਸਕਦਾ ਹੈ। ਇਸ ਤੋਂ ਬਿਨਾਂ ਗੁਰਨਾਮ ਸਿੰਘ ਚੜੂਨੀ ਦਾ ਇਹ ਸੀ ਕਿ ਕੁਛ ਵਿਸ਼ੇਸ਼ ਸੀਟਾਂ 'ਤੇ ਪ੍ਰੋਬਲਮ ਆ ਰਹੀ ਹੈ, ਜਿਨ੍ਹਾਂ ਦੇ ਵਿੱਚ ਇੱਕ ਉਹਨਾਂ ਨੇ ਨਾਂ ਲੈ ਕੇ ਕਿਹਾ ਕਿ ਸਾਡੀ ਡਿਮਾਂਡ ਘਨੌਰ ਸੀ, ਕੋਈ ਹੋਰ ਵੀ ਹੋ ਸਕਦੀ ਹੈ ਇੱਦਾਂ। ਸੋ ਇਸ ਕਰਕੇ ਇਹ ਇੱਕ ਦਿੱਕਤ ਹੈ। ਜਦੋਂ ਕਿ ਘਨੌਰ ਦੇ ਉੱਪਰ ਜਿਹੜੇ ਪ੍ਰੇਮ ਸਿੰਘ ਭੰਗੂ ਨੇ, ਉਹ ਕਿੱਦਾਂ ਦੇ ਕੈਂਡੀਡੇਟ ਸਾਬਤ ਹੋਣਗੇ ਇਹ ਸਮਾਂ ਦੱਸੇਗਾ। ਪਰੰਤੂ ਕਿਸਾਨ ਮੋਰਚੇ ਦੇ ਵਿੱਚ ਤਾਂ ਉਹਨਾਂ ਦੀ ਪੋਜੀਸ਼ਨ ਹੈਗੀ ਹੈ ਨਾ, ਉਹਨਾਂ ਦੇ ਲੀਗਲ ਇੰਚਾਰਜ ਨੇ ਉਹ। ਇਸ ਕਰਕੇ ਉਹ ਜੇ ਸੀਟ ਮੰਗਦੇ ਨੇ ਤਾਂ ਕੁਦਰਤੀ ਹੈ ਸੰਘਰਸ਼ ਦੇ ਵਿੱਚ ਉਹ ਨਾਲ ਰਹੇ ਨੇ ਤੇ ਉਹ ਸੀਟ ਉਹਨਾਂ ਨੂੰ ਜਾਣੀ ਬਣਦੀ ਹੈ। ਮੈਂ ਤੁਹਾਨੂੰ ਬਾਰ-ਬਾਰ ਫੇਰ ਕਹੂੰਗਾ ਕਿ ਜਦੋਂ ਫਾਈਨਲੀ ਇਹ ਡਿਸਾਈਡ ਕਰਨਾ ਹੈ ਕਿ ਕਿੰਨੀਆਂ ਕੁ ਲੇਡੀਜ਼ ਹੋਣ, ਕਿੰਨੇ ਕੁ ਬੰਦੇ ਹੋਰ ਜਥੇਬੰਦੀਆਂ ਤੋਂ ਹੋਣ, ਰਿਜ਼ਰਵ ਸੀਟਾਂ 'ਤੇ ਕਿਹੜੇ ਕੈਂਡੀਡੇਟ ਹੋਣ, ਜਿੱਥੇ ਕੋਈ ਕਿਸੇ ਇੱਕ ਜਾਤੀ ਦਾ ਪ੍ਰਭਾਵ ਹੈ ਉੱਥੇ ਉਸ ਜਾਤੀ ਦਾ ਕੈਂਡੀਡੇਟ ਕਿਸਾਨ ਮੋਰਚੇ ਕੋਲ ਹੈ ਜਾਂ ਨਹੀਂ ਹੈ। ਦੂਸਰਾ, ਕਈ ਵਾਰੀ ਇਹ ਹੁੰਦਾ ਹੈ ਇੱਕੋ ਕੰਸਟੀਚੁਐਂਸੀ ਦੇ ਵਿੱਚ 2 ਲੀਡਰ ਕਿਸਾਨ ਮੋਰਚੇ ਦੇ ਤਕੜੇ ਹੋਣ, ਹੋ ਸਕਦਾ ਉਸ ਕੰਸਟੀਚੁਐਂਸੀ ਦੇ ਵਿੱਚ ਟਿਕਟ ਤਾਂ ਇੱਕੋ ਹੀ ਹੈ, ਨਾਲ ਲੱਗਦੀ ਕੰਸਟੀਚੁਐਂਸੀ 'ਚ ਐਡਜਸਟਮੈਂਟ ਨਾ ਬਣਦੀ ਹੋਵੇ। ਇੱਦਾਂ ਬਹੁਤ ਸਾਰੀਆਂ ਦਿੱਕਤਾਂ ਆਉਣਗੀਆਂ।
ਪਰੰਤੂ ਇਹਦੇ ਲਈ ਕੋਈ ਮਕੈਨਿਜ਼ਮ ਜੇ ਪਹਿਲਾਂ ਹੋ ਜਾਂਦਾ ਤਾਂ ਸੌਖਾ ਰਹਿੰਦਾ। ਹੁਣ ਮੌਕੇ 'ਤੇ ਆ ਕੇ ਸਾਰਾ ਕੁਝ ਜਿਹੜਾ ਨਾ ਉਹ ਲੋਕ ਜਿਹੜੀਆਂ ਆਪਣੀਆਂ ਇਛਾਵਾਂ ਨੇ ਉਹ ਬਣਾਈ ਬੈਠੇ ਨੇ। ਫਿਰ ਵੀ ਮੈਂ ਇਹ ਕਹਿਣਾ ਕਿ ਕਿਸਾਨ ਮੋਰਚੇ ਦਾ ਹਾਲੇ ਵੀ ਪ੍ਰਭਾਵ ਹੈ ਕਿਸਾਨਾਂ 'ਚ, ਆਮ ਸਮਾਜ 'ਚ। ਆਮ ਜਿਹੜੇ ਲੋਕ ਨੇ ਉਹ ਰਵਾਇਤੀ ਪਾਰਟੀਆਂ ਤੋਂ ਦੁਖੀ ਹੋਏ ਬੈਠੇ ਨੇ। ਇਸ ਕਰਕੇ ਜਿਹੜਾ ਕਿਸਾਨ ਮੋਰਚਾ ਵੀ ਇੱਕ ਵੱਡੀ ਧਿਰ ਹੋਏਗਾ। ਪਰੰਤੂ ਫਿਰ ਮੈਂ ਬਾਰ-ਬਾਰ ਇਹੀ ਕਹੂੰਗਾ ਕਿ ਜਿੰਨੀ ਦੇਰ ਸਾਰੇ ਕੈਂਡੀਡੇਟ, ਸਾਰੀਆਂ ਧਿਰਾਂ ਮੈਦਾਨ 'ਚ ਨਹੀਂ ਨਿੱਤਰ ਆਉਂਦੀਆਂ, ਓਨੀ ਦੇਰ ਇਹਦਾ ਜਿਹੜਾ ਮੁਲਾਂਕਣ ਕਰਨਾ, ਅੰਕਲਨ ਕਰਨਾ ਇੰਨਾ ਸੌਖਾ ਨਹੀਂ ਹੈਗਾ ਕਿ ਆਪਾਂ ਅੱਜ ਹੀ ਇਹ ਸਟੇਟਮੈਂਟ ਦੇ ਦਈਏ ਕਿ ਇਹ ਹਾਵੀ ਨੇ ਇਹ। ਲੇਕਿਨ ਸੰਕੇਤ ਪੜ੍ਹੇ ਜਾ ਸਕਦੇ ਨੇ। ਪਿਛਲੇ 3 ਦਿਨਾਂ ਤੋਂ ਮੈਂ ਦੇਖਦਾ ਜਿਹੜੇ ਸੰਕੇਤ ਨੇ ਉਹ ਕਾਂਗਰਸ, ਅਕਾਲੀ ਦਲ, ਬੀਜੇਪੀ, ਇਹ ਸਾਰੇ ਰਲ ਕੇ ਮੇਜਰ ਹਮਲਾ ਜਿਹੜਾ ਉਹ ਆਪ ਜਿਹੜੀ ਪਾਰਟੀ ਹੈ, ਆਮ ਆਦਮੀ ਪਾਰਟੀ, ਇਸ 'ਤੇ ਕਰ ਰਹੇ ਨੇ। ਅਤੇ ਜਿਹੜਾ ਕਿਸਾਨਾਂ ਬਾਰੇ ਉਹਨਾਂ ਦੀ ਜਿਹੜੀ ਭਾਸ਼ਾ ਹੈ ਉਹ 'ਚ ਨਰਮੀ ਹੈ। ਮੈਂ ਅੱਜ ਗਰੇਵਾਲ ਸਾਹਿਬ ਦਾ ਵੀ ਸੁਣ ਰਿਹਾ ਸੀ। ਅੱਜ ਗਰੇਵਾਲ ਸਾਹਿਬ ਵੀ ਇਹ ਨਾ ਕਹਿ ਕੇ ਕਿ ਹੁਣ ਤਾਂ ਉਹ ਸਿਆਸਤ 'ਚ ਆ ਗਿਆ, ਪਹਿਲਾਂ ਇਹ ਕਹਿੰਦੇ ਹੁੰਦੇ ਸੀ ਨਾ ਜਦੋਂ ਸਿਆਸਤ 'ਚ ਆ ਗਿਆ ਫਿਰ ਦੇਖਾਂਗੇ, ਲੇਕਿਨ ਅੱਜ ਉਹ ਕਹਿ ਰਹੇ ਸੀ ਕਿ ਰਾਜੇਵਾਲ ਸਾਹਿਬ ਬਹੁਤ ਸਤਿਕਾਰਤ ਆਦਮੀ ਨੇ, ਆਪ ਆਦਮੀ ਨੇ, ਜਿਹੜੀ ਆਪ ਪਾਰਟੀ ਹੈ, ਆਮ ਆਦਮੀ ਪਾਰਟੀ ਨੇ ਉਹਨਾਂ ਦਾ ਵੀ ਸਤਿਕਾਰ ਨਹੀਂ ਕੀਤਾ। ਸੋ ਇਹਦੇ ਵਿੱਚ ਇੱਕ ਤਾਂ ਮੈਨੂੰ ਹੈਰਾਨੀ ਹੁੰਦੀ ਹੈ ਕਿ ਦੂਜੀ ਪਾਰਟੀ ਦੇ ਵਿੱਚ ਕੀ ਚੱਲਦਾ ਹੈ, ਉਹਨਾਂ ਦਾ ਮਕੈਨਿਜ਼ਮ ਕੀ ਹੈ, ਉਹਨਾਂ ਦਾ ਕਨਸਟੀਟਿਊਸ਼ਨ ਕੀ ਹੈ, ਉਹ ਡਿਸੀਜਨ ਮੇਕਿੰਗ ਕਿੱਦਾਂ ਕਰਦੇ ਨੇ। ਇਹ ਸਾਰੇ ਇੱਕ ਦੂਜੇ ਨੂੰ ਪਤਾ ਨਹੀਂ ਕਿਉਂ ਦੋਸ਼ ਦਿੰਦੇ ਨੇ, ਜਦੋਂ ਕਿ ਸਾਰੀਆਂ ਪਾਰਟੀਆਂ ਦੇ ਵਿੱਚ ਹੀ, ਰਵਾਇਤੀ ਪਾਰਟੀਆਂ ਦੇ ਵਿੱਚ ਜਿਹੜਾ ਫੈਸਲਾ ਹੁੰਦਾ ਹੈ ਉਹ ਲਗਭਗ ਸਾਰਿਆਂ ਦੇ ਹੀ ਲਿਫਾਫੇ 'ਚੋਂ ਆਉਂਦਾ ਹੈ ਜਾਂ ਸਾਰਿਆਂ ਦੀ ਹਾਈ ਕਮਾਂਡ ਕਰਦੀ ਹੈ। ਜਿਹੜੇ ਸੋ ਕਾਲਡ ਸਰਵੇ ਵਗੈਰਾ ਨੇ ਇਹ ਸਾਰੇ ਸੋ ਕਾਲਡ ਨੇ, ਬੰਦਿਆਂ ਨੂੰ ਟਿਕਾਉਣ ਲਈ ਨੇ। ਪਰ ਅਸਲ ਵਿੱਚ ਵਿਨੇਬਿਲਿਟੀ ਜ਼ਰੂਰ ਕੈਂਡੀਡੇਟ ਦੀ ਵਿਚਾਰੀ ਜਾਂਦੀ ਹੈ, ਪਰ ਉਹਦੇ ਵਿੱਚ ਬਾਕੀ ਬਹੁਤ ਸਾਰੇ ਫੈਕਟਰ ਨੇ ਉਹ ਇਗਨੋਰ ਕਰ ਦਿੱਤੇ ਜਾਂਦੇ ਨੇ। ਇਕੱਲੀ ਵਿਨੇਬਿਲਿਟੀ ਦੇ ਬੇਸ 'ਤੇ ਉਹ ਤੈਅ ਹੋ ਜਾਂਦਾ ਫੈਸਲਾ ਕਿ ਆਹ ਸਾਡਾ ਕੈਂਡੀਡੇਟ ਹੋਏਗਾ। ਸੋ ਹੁਣ ਇਸ ਲੈਵਲ 'ਤੇ ਪਿਛਲੇ ਦਿਨਾਂ ਦੇ ਬਹੁਤ ਸਾਰੇ ਦੋਸ਼ ਆਮ ਆਦਮੀ ਪਾਰਟੀ 'ਤੇ ਲੱਗ ਰਹੇ ਨੇ, ਉਹਨਾਂ ਦੇ ਆਪਦੇ ਲੋਕਾਂ ਵੱਲੋਂ ਲੱਗ ਰਹੇ ਨੇ ਜਿਹਨਾਂ ਨੂੰ ਟਿਕਟਾਂ ਨਹੀਂ ਮਿਲੀਆਂ। ਇਹ ਇਲੈਕਸ਼ਨਾਂ ਦੇ ਦਿਨਾਂ ਦੇ ਵਿੱਚ ਕੋਈ ਨਵਾਂ ਵਰਤਾਰਾ ਨਹੀਂ ਹੈ, ਸਾਰੀਆਂ ਪਾਰਟੀਆਂ ਦੇ ਲੱਗਦੇ ਨੇ ਇੱਦਾਂ ਦੇ, ਕਿਸੇ 'ਤੇ ਘੱਟ ਕਿਸੇ 'ਤੇ ਵਾਧੇ ਹੋ ਸਕਦਾ ਹੈ, ਪਰੰਤੂ ਲੱਗਦੇ ਸਾਰਿਆਂ 'ਤੇ ਨੇ। ਸੋ ਇਸ ਕਰਕੇ ਇਹ ਕੁਛ ਦਿਨਾਂ 'ਚ ਹੋਰ ਨਿੱਤਰ ਕੇ ਸਾਹਮਣੇ ਆਏਗਾ ਕਿ ਕਿਸਾਨ ਕਿਸ ਕਿਸਮ ਨਾਲ 117 ਸੀਟਾਂ 'ਤੇ ਕਿਵੇਂ ਲੋਕ ਖੜੇ ਕਰਦੇ ਨੇ। ਜਿਹੜੇ ਤੁਸੀਂ ਗੱਲ ਕਰ ਰਹੇ ਹੋ ਕਿ ਪਹਿਲੇ 10 ਬੰਦੇ ਨੇ ਜਿਹੜੇ, ਨੋ ਡਾਊਟ ਹਾਲੇ ਤੱਕ ਉਹ ਬੰਦੇ 'ਤੇ ਬਹੁਤਾ ਕਿੰਤੂ ਪਰੰਤੂ ਨਹੀਂ ਕੀਤਾ ਜਾ ਸਕਦਾ। ਫਿਰ ਮੈਂ ਕਹਿਣਾ ਕਿ ਕੋਈ ਬੰਦੇ ਕਿਸੇ ਪਾਰਟੀਆਂ ਤੋਂ ਭਾਵੇਂ ਆਏ ਹੋਣ, ਕੱਲ੍ਹ ਨੂੰ ਜੇ ਤੁਸੀਂ, ਮੈਂ, ਕੋਈ ਹੋਰ ਵਿਅਕਤੀ ਵੀ ਜਾਵੇ, ਉਹਨੂੰ ਵੀ ਕਿਹਾ ਜਾਏਗਾ ਕਿ ਇਹਦੀ ਬੈਕਗਰਾਊਂਡ ਆ ਹੈ। ਵਟਸਐਪ ਇੰਡਸਟਰੀ 'ਚ ਬਹੁਤ ਜਲਦੀ ਇਹ ਤਿਆਰ ਹੋ ਜਾਂਦਾ ਹੈ। ਮੈਂ ਅੱਜ ਹੀ ਪੜ੍ਹ ਰਿਹਾ ਸੀ, ਉਹਦੇ ਵਿੱਚ ਤਾਂ ਇਹ ਵੀ ਸੀ ਕਿ ਪ੍ਰੇਮ ਸਿੰਘ ਭੰਗੂ ਦੀ ਬੈਕਗਰਾਊਂਡ ਅਕਾਲੀ ਦਲ ਦੀ ਹੈ, ਜਦੋਂ ਕਿ ਮੈਂ ਚੰਗੀ ਤਰ੍ਹਾਂ ਜਾਣਦਾ ਕਿ ਉਹਨਾਂ ਦੀ ਅਕਾਲੀ ਦਲ ਦੀ ਕੋਈ ਬੈਕਗਰਾਊਂਡ ਨਹੀਂ ਹੈ। ਸੋ ਇਸ ਕਰਕੇ ਵਟਸਐਪ ਇੰਡਸਟਰੀ ਦੇ ਵਿੱਚ ਇੱਕਦਮ ਤੇਜ਼ੀ ਨਾਲ ਜਿਹੜੇ ਇਸ ਤਰ੍ਹਾਂ ਦੇ ਅਫਵਾਹਾਂ ਚੱਲਦੀਆਂ ਨੇ, ਕਈ ਵਾਰ ਉਹ ਸੱਚੀਆਂ ਨਹੀਂ ਹੁੰਦੀਆਂ। ਨੋ ਡਾਊਟ ਹੋ ਸਕਦੇ ਨੇ ਉਹ ਬੰਦਿਆਂ ਦੀ ਕੋਈ ਬੈਕਗਰਾਊਂਡ ਨਾਲ ਹੋਵੇ, ਪਰੰਤੂ ਉਹ ਪਾਰਟੀ ਦੇ ਕਿਸੇ ਉੱਚੇ ਅਹੁਦੇ 'ਤੇ, ਕਿਤੇ ਵੱਡੇ ਅਹੁਦੇ 'ਤੇ ਕੋਈ ਇਲੈਕਸ਼ਨ ਜਿੱਤੀ ਹੋਵੇ ਨਹੀਂ ਰਹੇ। ਇਸ ਤਰ੍ਹਾਂ ਦਾ ਮੇਰਾ ਅਨੁਭਵ ਹੈ। ਤੇ ਜਿਵੇਂ ਹੁਣ ਚੜੂਨੀ ਸਾਹਿਬ ਨੇ, ਉਹਨਾਂ ਦਾ ਉਦਾਹਰਨ ਦੇ ਤੌਰ 'ਤੇ ਮੰਨ ਲਓ, ਦੇਖੋ ਸਮਝੌਤਾ ਹੋ ਜੇ ਨਾ ਹੋ ਜੇ ਇਹ ਸਮਾਂ ਜਾਣਦਾ। ਗੁਰਨਾਮ ਸਿੰਘ ਚੜੂਨੀ ਤੋਂ 117 ਕੈਂਡੀਡੇਟ ਉਹ ਉਤਾਰਨਗੇ। ਮੁਕਾਬਲਾ ਦੇਖੋ ਕਿਸਾਨੀ ਵੋਟ ਹੈ, ਡਿਵਾਈਡ ਤਾਂ ਹੋਊਗੀ। ਉਹ ਇੱਕ ਪਾਸੇ ਬਲਵੀਰ ਸਿੰਘ ਰਾਜੇਵਾਲ ਹੋਰਾਂ ਦੇ ਕੈਂਡੀਡੇਟ ਹੋਣਗੇ, ਜੇਕਰ ਸਮਝੌਤਾ ਨਾ ਹੋਇਆ ਤਾਂ ਗੁਰਨਾਮ ਸਿੰਘ ਚੜੂਨੀ ਹੋਰਾਂ ਦੇ ਕੈਂਡੀਡੇਟ ਹੋਣਗੇ, ਤਾਂ ਫਿਰ ਇਹਨਾਂ ਦਾ ਮੁਕਾਬਲਾ ਤਾਂ ਆਪਸ 'ਚ ਹੀ ਹੋ ਗਿਆ। ਦੇਖੋ ਇਹ ਲੱਗਦਾ ਹੁੰਦਾ ਹੈ, ਨੋ ਡਾਊਟ ਕੋਈ ਲਿਮਟਡ 5, 7, 10 ਸੀਟਾਂ ਹੋ ਸਕਦੀਆਂ ਨੇ ਜਿੱਥੇ ਇਹਨਾਂ ਦਾ ਮੁਕਾਬਲਾ ਆਪਸ ਵਿੱਚ ਹੋ ਜਾਵੇ, ਪਰ ਮੈਨੂੰ ਨਹੀਂ ਲੱਗਦਾ ਕਿ ਐ 117 ਸੀਟਾਂ 'ਤੇ ਗੁਰਨਾਮ ਸਿੰਘ ਚੜੂਨੀ ਦੀ ਕੋਈ ਮਤਲਬ, ਜੇ ਆਪਾਂ ਕਹੀਏ ਕਿ ਉਹਨਾਂ ਦੀ ਪਕੜ ਹੈ, ਉੱਥੇ ਉਹ ਬਹੁਤ ਸਾਰੀ ਵੋਟ ਲੈ ਜਾਣਗੇ। ਹਾਂ, ਇਹ ਸੱਚ ਹੈ ਕਿ ਨੁਕਸਾਨ ਤਾਂ ਹੋਊਗਾ ਹੀ। ਕਿੰਨਾ ਹੋਊਗਾ? 1% ਵੀ ਹੋ ਸਕਦਾ ਹੈ,
30% ਵੀ ਹੋ ਸਕਦਾ ਹੈ, 50 ਵੀ ਹੋ ਸਕਦਾ ਹੈ। ਸੋ ਇਸ ਕਰਕੇ ਜੇਕਰ 1% ਨੁਕਸਾਨ ਹੋਊਗਾ ਜਿਹੜੀਆਂ ਸੀਟਾਂ ਤੇ ਜਾਂ 2% ਹੋਊਗਾ, ਉਹ ਬੜਾ ਮਾਈਨਰ ਹੈ। ਕਿਉਂਕਿ ਮੈਂ ਇਹ ਅਕਸਰ ਮੈਂ ਕਹਿੰਦਾ ਹੁੰਦਾ, ਜੇ ਕੋਈ ਵਿਅਕਤੀ ਬਾਗੀ ਹੁੰਦਾ ਜਿਹੜਾ, ਚਾਹੇ ਉਹ ਕਾਂਗਰਸ ਪਾਰਟੀ ਦਾ ਬਾਗੀ ਹੈ, ਅਕਾਲੀ ਦਲ ਦਾ ਬਾਗੀ ਹੈ, ਜੇ ਆਪਾਂ ਕਹੀਏ ਕਿ ਇੱਕ ਪਾਰਟੀ ਦਾ ਜਿਹੜਾ ਬਾਗੀ ਹੈ, ਜਿੰਨੀਆਂ ਵੋਟਾਂ ਉਹ ਲਿਜਾਂਦਾ ਹੈ, ਜ਼ਰੂਰੀ ਨਹੀਂ ਕਿ ਉਹ 100% ਉਸ ਪਾਰਟੀ ਦੀਆਂ ਲਿਜਾਂਦਾ ਹੈ। ਜੇ ਆਪਾਂ ਇਹ ਕਹੀਏ ਕਿ ਇੱਕ ਬਾਗੀ ਉਮੀਦਵਾਰ ਹੈ ਜਿਹੜਾ, ਉਹ 10,000 ਵੋਟ ਲੈ ਜਾਂਦਾ ਹੈ, 10,000 ਵੋਟ ਦੇ ਵਿੱਚੋਂ ਕਈ ਵਾਰ ਇਸ ਤਰ੍ਹਾਂ ਦੀ ਪੋਜੀਸ਼ਨ ਹੁੰਦੀ ਹੈ ਕਿ 6,000 ਉਹ ਉਸ ਪਾਰਟੀ ਦੀ ਲੈ ਗਿਆ ਜਿਹੜੀ ਦਾ ਬਾਗੀ ਹੈ, ਉਹ 4,000 ਵੋਟ ਕਿਤੋਂ ਹੋਰ ਲੈ ਗਿਆ ਜਿਹੜੀ ਵਿਰੋਧੀ ਪਾਰਟੀ ਹੈ। ਤਾਂ ਇਹਦਾ ਮਤਲਬ ਕੁੱਲ ਮਿਲਾ ਕੇ ਜਿਹੜੇ ਮੁਕਾਬਲੇ 'ਚ ਜਿਹੜੀ ਪਾਰਟੀ ਦਾ ਉਹਨੇ ਨੁਕਸਾਨ ਕਰਨਾ ਸੀ, ਉਹ ਤਾਂ 2,000 ਵੋਟ ਦਾ ਹੀ ਹੋਇਆ। ਪਰ ਜੇ ਵਿਰੋਧੀ ਬੰਦਾ 800 ਤੇ ਜਿੱਤ ਜਾਂਦਾ ਹੈ, ਤਾਂ ਫਿਰ 2,000 ਦਾ ਨੁਕਸਾਨ ਵੀ ਬਹੁਤ ਵੱਡਾ ਹੁੰਦਾ ਹੈ। ਸੋ ਇਸ ਕਰਕੇ ਇਹ ਵਕਤ ਦੱਸੇਗਾ ਕਿ ਕਿੱਦਾਂ ਦਾ ਨੁਕਸਾਨ ਹੈ, ਉਹਦਾ ਅੰਕਲਨ ਉਦੋਂ ਕੀਤਾ ਜਾ ਸਕਦਾ ਹੈ। ਮੈਂ ਨਹੀਂ ਸੋਚਦਾ ਕਿ ਗੁਰਨਾਮ ਸਿੰਘ ਝੜੂਨੀ 117 ਬੰਦੇ ਖੜੇ ਕਰਕੇ ਉਹ ਸਾਰੀਆਂ ਵੋਟਾਂ ਦੇ ਵਿੱਚ, ਕਿਸਾਨਾਂ ਦੀਆਂ ਵੋਟਾਂ ਦੇ ਵਿੱਚ ਅੱਧੋ ਅੱਧ ਕਰ ਦੇਗਾ ਜਾਂ 40-60 ਦੀ ਰੇਸ਼ੋ ਲੈ ਆਏਗਾ। ਇਹ ਮੈਂ ਨਹੀਂ ਸੋਚਦਾ। ਹਾਂ, ਇਹ ਮੈਂ ਸਮਝਦਾ ਕਿ ਕੁਛ ਇੱਕ ਸੀਟਾਂ 'ਤੇ ਉਹ ਵੱਡਾ ਪ੍ਰਭਾਵ ਪਾ ਸਕਦੇ ਨੇ। ਕੁਛ ਇੱਕ ਤੋਂ ਭਾਵ ਮੇਰਾ ਇੰਨਾ ਹੀ ਹੈ 10%, 10 ਤੋਂ 12 ਸੀਟਾਂ ਇੱਦਾਂ ਦੀਆਂ ਹੋ ਸਕਦੀਆਂ ਨੇ ਜਿਨ੍ਹਾਂ 'ਤੇ ਉਹ ਸਾਹਮਣੇ ਵਾਲੇ ਦਾ, ਕਿਸੇ ਵੀ ਕਿਸਾਨਾਂ ਦਾ ਵੀ, ਆਮ ਆਦਮੀ ਪਾਰਟੀ ਦਾ ਵੀ, ਜਿਨ੍ਹਾਂ ਨੂੰ ਉਹ ਵੋਟ ਜਾ ਰਹੀ ਹੈ, ਉਹਨਾਂ ਦਾ ਵੱਧ ਨੁਕਸਾਨ ਕਰ ਸਕਦੇ ਨੇ। ਪਰ ਬਾਕੀ ਸਾਰੇ ਕਿਤੇ ਨਹੀਂ ਮੈਨੂੰ ਲੱਗਦਾ। ਧਾਲੀਵਾਲ ਸਾਹਿਬ, ਕਈ ਲੋਕ ਨਾ ਸਵਾਲ ਖੜੇ ਕਰ ਰਹੇ ਨੇ, ਸੋਸ਼ਲ ਮੀਡੀਆ ਦਾ ਜ਼ਮਾਨਾ, ਹੁਣ ਹਰ ਇੱਕ ਬੰਦਾ ਕਮੈਂਟ 'ਚ ਆਪਣੀ ਰਾਏ ਲਿਖਦਾ। ਜੀ। ਤੇ ਉਹ ਕਹਿੰਦੇ ਕਿ ਵੀ ਵੱਡਾ ਸੀ, ਕੱਦ ਵੱਡਾ ਸੀ ਕਿਸਾਨ ਆਗੂਆਂ ਦਾ, ਵੀ ਹੁਣ ਜਿਵੇਂ ਆਪ ਨਾਲ ਗੱਲ ਚੱਲੀ ਜਾਂ ਆਪਸ ਦੇ ਵਿੱਚ ਉਹ ਹੋਇਆ ਕਿ ਆਪਣੇ ਕੱਦ ਮੁਤਾਬਕ ਇਹ ਇਹਨਾਂ ਨੇ ਐਕਸ਼ਨ ਸਹੀ ਨਹੀਂ ਲਿਆ, ਕੱਦ ਵਾਹਵਾ ਵੱਡਾ ਸੀ ਤੇ ਹੁਣ ਕੰਮ ਛੋਟੇ ਲੈਵਲ ਦਾ ਕਰ ਰਹੇ ਨੇ। ਪੰਜਾਬੀ ਦੇ ਵਿੱਚ ਇਹ ਕਿਹਾ ਕਰਦੇ ਨੇ ਕਿ ਜਦੋਂ ਕੋਈ ਬੰਦਾ ਵਾਲ ਕਟਾਉਣੇ ਸੀ ਉਹਨੇ, ਉਹ ਨਾਈ ਦੇ ਸਾਹਮਣੇ ਗਿਆ, ਵਾਲ ਕੱਟਣ ਵਾਲੇ ਦੇ, ਇੱਥੇ ਮੇਰਾ ਉਹਦੀ ਜਾਤੀ ਨਾਲ ਕੋਈ ਸੰਬੰਧ ਨਹੀਂ। ਜਦੋਂ ਉਹ ਵਾਲ ਕਟਾਉਣ ਗਿਆ, ਉਹ ਪੁੱਛਦਾ ਹੈ ਕਿ ਵਾਲ ਕਿੱਡੇ ਕਿੱਡੇ ਕਿ ਨਹੀਂ, ਉਹ ਕਹਿੰਦਾ 2 ਮਿੰਟ ਠਹਿਰੋ ਜੀ, ਤੁਹਾਡੇ ਸਾਹਮਣੇ ਚੜ ਜਾਣਗੇ। ਸੋ ਹੁਣ ਤਾਂ ਮਹੀਨਾ ਕੀ ਰਹਿ ਗਿਆ, ਸਭ ਕੁਝ ਸਾਹਮਣੇ ਆ ਜਾਣਾ, ਕਿਹਦਾ ਕੱਦ ਵੱਡਾ ਹੈ ਤੇ ਕਿਹਦਾ ਛੋਟਾ ਹੈ। ਇਹ ਮੈਂ ਤੁਹਾਨੂੰ ਕਹਿਣਾ ਕਿ ਕਿਸਾਨ ਨੇਤਾਵਾਂ ਦਾ ਕਿਸਾਨਾਂ ਦੇ ਵਿੱਚ ਕੱਦ ਵੱਡਾ ਸੀ। ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਕਹਿ ਚੁੱਕਾ। ਅੰਕੜੇ ਇਹ ਦੱਸਦੇ ਨੇ ਕਿ ਜਦੋਂ ਆਪਾਂ ਕਿਸਾਨਾਂ ਦੀ ਗੱਲ ਕਰਦੇ ਹਾਂ ਤਾਂ ਉਦੋਂ ਉਹਨਾਂ ਲੋਕਾਂ ਦੀ ਗੱਲ ਕਰਦੇ ਹਾਂ ਜਿਹੜੇ ਸਿੱਧੇ ਕਿਸਾਨੀ ਨਾਲ ਜੁੜੇ ਹੋਏ ਨੇ, ਜਿਨ੍ਹਾਂ ਦੇ ਵਿੱਚ ਆਮ ਤੌਰ 'ਤੇ ਅਸੀਂ ਜੱਟ ਕਹਿ ਦਿੰਦੇ ਹਾਂ ਉਹਨਾਂ ਨੂੰ। ਉਹ ਕੰਬੋਜ ਭਰਾ ਵੀ ਹੋ ਸਕਦੇ ਨੇ, ਸੈਣੀ ਭਰਾ ਵੀ ਹੋ ਸਕਦੇ ਨੇ, ਕੋਈ ਜਲੰਧਰ ਜ਼ਿਲ੍ਹੇ ਦੇ ਰਾਜਪੂਤ ਵੀ ਹੋ ਸਕਦੇ ਨੇ। ਮਤਲਬ ਜਿਹੜੇ ਜ਼ਮੀਨ ਹੋਲਡਰ ਨੇ, ਜਿਨ੍ਹਾਂ ਕੋਲ ਜ਼ਮੀਨ ਹੈ, ਤੇ ਉਹ 18 ਤੋਂ 20% ਦੇ ਨੇੜੇ ਤੇੜੇ ਜੇ ਆਬਾਦੀ ਦਾ ਹਿੱਸਾ, ਇੰਨਾ ਕੀ ਨੇ ਉਹ। ਪਰੰਤੂ ਜਦੋਂ ਤੁਸੀਂ 100% ਆਬਾਦੀ ਦੇ ਵਿੱਚ ਜਾਣਾ ਹੈ ਤੇ ਕੁਦਰਤੀ ਹੈ ਫਿਰ ਉਹ 'ਚ ਕਿਸੇ ਦਾ ਕੱਦ ਕਿੱਡਾ ਹੈ, ਕਿਸੇ ਦਾ ਕੱਦ ਕਿੱਡਾ ਹੈ। ਹੁਣ ਉਹ ਕੱਦ ਦੂਜੀ ਤਰ੍ਹਾਂ ਮੈਯਰ ਹੋਏਗਾ ਕਿ 100% ਆਬਾਦੀ 'ਚ ਤੁਸੀਂ ਕਿੰਨੀਆਂ ਵੋਟਾਂ ਲੈ ਸਕਦੇ ਹੋ, ਤੁਹਾਡਾ ਇਮੇਜ ਕੀ ਹੈ। ਤੇ ਦੂਜਾ ਇਹ ਹੈ, ਕਈ ਵਾਰੀ ਹੁੰਦਾ ਹੈ ਵੱਡੇ ਵੱਡੇ ਕੱਦ ਵਾਲੇ ਹਾਰ ਜਾਂਦੇ ਨੇ ਇਲੈਕਸ਼ਨਾਂ। ਇੰਦਰਾ ਗਾਂਧੀ ਹਾਰ ਗਈ ਸੀ, ਠੀਕ ਹੈ ਕਿ ਨਹੀਂ। ਮੈਂ ਤੁਹਾਨੂੰ ਕਹਿਣਾ ਕਿ ਹਿਮਾਚਲ ਦੇ ਵਿੱਚ ਧੂਮਲ ਦੇ ਸਿਰ ਤੇ ਬੀਜੇਪੀ ਜਿੱਤੀ ਸੀ, ਲੇਕਿਨ ਧੂਮਲ ਖੁਦ ਹਾਰ ਗਿਆ ਸੀ। ਇਹ ਹੋ ਜਾਂਦਾ ਹੈ, ਇਹ ਮੈਦਾਨ 'ਚ ਜਾ ਕੇ ਪਤਾ ਲੱਗਦਾ ਹੈ। ਹਰ ਇੱਕ ਕੰਸਟੀਚੁਐਂਸੀ ਦੀ ਆਪਣੀ ਬਣਤਰ ਹੁੰਦੀ ਹੈ, ਉਹਦਾ ਆਪਣਾ ਕੁਛ ਗਿਣਤੀ ਮਿਣਤੀ ਹੁੰਦੀ ਹੈ। ਜਦੋਂ ਇਲੈਕਸ਼ਨ ਲੜਨੀ ਹੁੰਦੀ ਹੈ ਉਦੋਂ ਹੋਰ ਸਿਸਟਮ ਹੁੰਦਾ ਹੈ। ਬਾਰ-ਬਾਰ ਇਹ ਗੱਲ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਜਦੋਂ 5 ਕੋਨਾ ਮੁਕਾਬਲਾ ਜਿਹੜਾ ਸਾਹਮਣੇ ਦਿਖਾਈ ਦੇ ਰਿਹਾ ਹੈ, ਇਸ ਤੋਂ ਬਿਨਾਂ ਝੜੂਨੀ ਕਹਿ ਰਹੀ ਹੈ ਆਪਾਂ, ਇੱਕ ਉਹ ਪੱਖ ਹੋ ਗਿਆ। ਇਸ ਤੋਂ ਬਿਨਾਂ ਕਿਤੇ ਨਾ ਕਿਤੇ ਫਿਰ ਵੀ ਕੋਈ ਬਾਗੀ ਕੈਂਡੀਡੇਟ ਹੋਣਗੇ, ਕਿਤੇ ਕਿਤੇ ਇਹ ਮੁਕਾਬਲਾ 6 ਕੋਨਾ ਵੀ ਹੋ ਸਕਦਾ ਹੈ। ਤੇ 6 ਕੋਨੇ ਮੁਕਾਬਲੇ ਦੇ ਵਿੱਚ ਨੋਰਮਲੀ ਇੱਕ ਕੰਸਟੀਚੁਐਂਸੀ ਦੇ ਵਿੱਚ, ਮੈਂ ਔਨ ਐਨ ਐਵਰੇਜ ਦੀ ਗੱਲ ਕਰਦਾ, 1.5 ਲੱਖ ਵੋਟ ਹੁੰਦੀ ਹੈ। 1.5 ਲੱਖ ਵੋਟ ਦੇ ਵਿੱਚੋਂ 68-70% ਵੋਟ ਜੇ ਪਈ ਜਾਵੇ, ਆਪਾਂ ਉਹਨੂੰ ਮੰਨਦੇ ਹਾਂ ਕਿ ਪੋਲ ਬਹੁਤ ਅੱਛੀ ਹੈ। ਤੇ 70% ਪੋਲ ਦੇ ਮੁਤਾਬਕ ਅਪਰੋਕਸੀਮੇਟਲੀ ਉਹ ਹੋਇਆ ਕਿ ਲੱਖ ਕੁ ਵੋਟ ਪਏਗੀ। ਲੱਖ ਕੁ ਵੋਟ ਨੂੰ ਜੇ ਆਪਾਂ 6 ਹਿੱਸਿਆਂ 'ਚ ਵੰਡ ਲਈਏ, ਦੇਖੋ ਨਾ ਤੁਸੀਂ ਬਣਦਾ ਕੀ ਹੈ। ਫਿਰ ਤਾਂ ਇਹ ਹੈ ਕਿ ਜਿਹੜਾ ਬੰਦਾ 20,000 ਵੋਟ ਲੈ ਜਾਏਗਾ, ਜਿੱਤ ਜਾਏਗਾ। ਸੋ ਇਸ ਕਰਕੇ ਹਾਲੇ ਅੰਦਾਜ਼ੇ ਲਾਉਣੇ ਬਹੁਤ ਹੀ ਔਖਾ ਕੰਮ ਹੈ। ਜਿਹੜੇ ਮੇਰੇ ਸੱਜਣ ਲਾ ਰਹੇ ਨੇ, ਉਹ ਮੈਨੂੰ ਨਹੀਂ ਪਤਾ ਵੀ ਕਿ ਉਹਨਾਂ ਦਾ ਮੈਥਡ ਸਾਇੰਟੀਫਿਕ ਹੈ ਕਿ ਨਹੀਂ ਹੈ, ਇਹ ਤਾਂ ਉਹੀ ਜਾਣਨ। ਪਰ ਮੈਨੂੰ ਲੱਗਦਾ ਇਹ ਔਖਾ ਤਾਂ ਕੀ, ਹੱਲ ਦੀ ਘੜੀ ਅਸੰਭਵ ਹੈ
ਜਿੰਨਾ ਚਿਰ ਗਿਣਤੀ 'ਚ ਪੂਰੇ ਬੰਦੇ ਨਹੀਂ ਦਿਖਾਈ ਦੇ ਰਹੇ ਕਿ ਕੌਣ ਕੌਣ ਨੇ ਤੇ ਉਹਨਾਂ ਦਾ ਕਿੰਨਾ ਕੁ ਪ੍ਰਭਾਵ ਹੈ, ਤਾਂ ਜਾ ਕੇ ਕਿਤੇ ਕੁਛ ਗੱਲ ਇਹ ਆ ਸਕਦੀ ਹੈ ਹਿਸਾਬ 'ਚ। ਜੇਕਰ ਇਹ ਮੁਕਾਬਲਾ ਆਮ ਆਦਮੀ ਪਾਰਟੀ ਦਾ ਸਮਝੌਤਾ ਹੋ ਜਾਂਦਾ ਕਿਸਾਨਾਂ ਦੇ ਨਾਲ ਜੀ, ਇੱਕ ਧਿਰ ਨੇ ਘੱਟ ਹੋ ਜਾਣਾ ਸੀ ਕਿਉਂਕਿ ਇਕੱਠੇ ਹੋ ਜਾਣਾ ਸੀ ਜੀ ਜੀ, ਫੇਰ ਸਿਨੈਰੀਓ ਕੀ ਬਣਦਾ? ਸੀਨ ਪੋਲੀਟੀਕਲ ਸੀਨ ਆਹੀ ਹੁੰਦਾ ਜਾਂ ਫਿਰ ਜੋ ਅਸੀਂ ਹੁਣ ਗੱਲਬਾਤ ਕਰ ਰਹੇ ਹਾਂ ਕਿਸੇ ਹੋਰ ਸੰਦਰਭ ਦੇ ਵਿੱਚ? ਜੇਕਰ ਆਮ ਆਦਮੀ ਪਾਰਟੀ ਤੇ ਸੰਯੁਕਤ ਸਮਾਜ ਮੋਰਚੇ ਦਾ ਸਮਝੌਤਾ ਹੁੰਦਾ, ਮੇਰੇ ਮੁਤਾਬਕ ਇਹ ਲਹਿਰ ਹੋਣੀ ਸੀ। ਹੁਣ ਵੀ ਮਤਲਬ ਮੈਂ ਜੇ ਸ਼ਬਦ ਲਾ ਕੇ ਕਹਿਣਾ ਕਿ ਜੇ ਕਿਸਾਨ ਜਿੱਤੇ ਤਾਂ ਉਹ ਆਪਣੀ ਇਮੇਜ ਕਰਕੇ, ਆਪਣਾ ਜਿਹੜਾ ਉਹਨਾਂ ਦਾ ਕੱਦ ਹੈ ਉਹਦੇ ਕਰਕੇ, ਜਾਂ ਜਿਹੜਾ ਉਹਨਾਂ ਨੇ ਐਜੀਟੇਸ਼ਨ ਲੜੀ ਹੈ ਉਹਦੇ ਤੋਂ ਲੋਕਾਂ ਦਾ ਭਰੋਸਾ ਬਣਿਆ, ਉਹ ਭਰੋਸੇ ਦੇ ਸਿਰ ਤੇ ਜੇ ਲਹਿਰ ਬਣ ਜਾਂਦੀ ਹੈ ਤਦ ਇਲੈਕਸ਼ਨ ਜਿੱਤੀ ਜਾ ਸਕਦੀ ਹੈ। ਨਹੀਂ ਜੇ ਮੈਂ ਕਹਾਂ ਕਿਸਾਨ ਐਦਾਂ ਇਲੈਕਸ਼ਨ ਨਹੀਂ ਜਿੱਤ ਸਕਦੇ ਜਿਹਦੇ ਅਜੇ ਸੰਭਾਵਨਾ ਪਈ ਹੈ। ਕਿਉਂਕਿ ਮੈਂ ਬਾਰ-ਬਾਰ ਇਹ ਗੱਲ ਕਹਿਣਾ ਕਿ ਜਿਹੜੀ ਆਮ ਆਦਮੀ ਪਾਰਟੀ ਦੇ ਵੱਲ ਵੋਟ ਜਾਂਦੀ ਹੈ, ਠੀਕ ਹੈ ਕਿ ਨਹੀਂ, ਉਹ ਵੋਟ ਇਸ ਲਈ ਜਾਂਦੀ ਹੈ, ਉਹ ਇਹ ਨਹੀਂ ਕਿ ਉਹ ਆਮ ਆਦਮੀ ਪਾਰਟੀ ਦਾ ਕਾਡਰ ਹੈ, ਉਹ ਵੋਟ ਇਸ ਲਈ ਉੱਧਰ ਜਾ ਰਹੀ ਹੈ ਕਿਉਂਕਿ ਕਿਸਾਨ ਜਿਹੜਾ ਮੋਰਚਾ ਹੈ ਇਹ ਬਾਅਦ 'ਚ ਹੋਂਦ 'ਚ ਆਇਆ, ਇਹ ਹੋਂਦ 'ਚ ਨਹੀਂ ਸੀ। ਜਿਹੜੀ ਦੋਵਾਂ ਪਾਰਟੀਆਂ ਤੋਂ ਜਾਂ ਰਵਾਇਤੀ ਪਾਰਟੀਆਂ ਤੋਂ ਦੁਖੀ ਹੋਈ ਵੋਟ ਹੈ, ਜਿਹਦੇ ਵਿੱਚ ਕਿਸਾਨਾਂ ਨੇ ਇੱਕ ਨਵੀਂ ਚੇਤਨਾ ਜਗਾਈ, ਉਹਨਾਂ ਨੂੰ ਇਹ ਸੀ ਕਿ ਆਪਾਂ ਇੱਕ ਹੋਰ ਵੱਖਰੀ ਕਿਸਮ ਦਾ ਐਕਸਰਸਾਈਜ਼ ਕਰਦੇ ਹਾਂ। ਉਹਦਾ ਪ੍ਰਭਾਵ ਉਹਦੇ ਵਿੱਚ ਆਮ ਆਦਮੀ ਪਾਰਟੀ ਨੇ ਵੱਡੀ ਗਲਤੀ ਕੀਤੀ ਹੈ ਕਿ ਉਹਨਾਂ ਨੇ ਸਮੇਂ ਸਿਰ ਆਪਣਾ ਲੀਡਰ ਡਿਕਲੇਅਰ ਨਾ ਕਰਕੇ, ਜੇ ਸਮੇਂ ਸਿਰ ਉਹ ਲੀਡਰ ਡਿਕਲੇਅਰ ਕੀਤਾ ਹੁੰਦਾ ਤਾਂ ਹੋ ਸਕਦਾ ਹੈ ਹੁਣ ਤੱਕ ਇੱਕ ਲਹਿਰ ਬਣ ਚੁੱਕੀ ਹੁੰਦੀ। ਇਹ ਸੰਭਾਵਨਾ ਸੀ ਇਸ ਵਾਰ, ਪਰੰਤੂ ਉਹਨਾਂ ਨੇ ਮੈਂ ਬਾਰ-ਬਾਰ ਕਹਿਣਾ, ਫੇਰ ਕਹੂੰਗਾ ਕਿ ਮੇਰੇ ਮੁਤਾਬਕ ਹਾਲੇ ਵੀ ਕੇਜਰੀਵਾਲ ਜੀ ਨਹੀਂ ਚਾਹੁੰਦੇ ਕਿ ਉਹਨਾਂ ਤੋਂ ਵੱਡੀ ਸਟੇਟ ਦਾ ਕੋਈ ਮੁੱਖ ਮੰਤਰੀ ਬਣੇ। ਮੈਂ ਇਸ ਨੂੰ ਵੀ ਉਹਦੀ ਸਟ੍ਰੈਟਜੀ ਇਹੀ ਦੇਖ ਰਿਹਾ ਕਿ ਹਾਲੇ ਵੀ ਉਹ ਜਿਹੜਾ ਹੁਣ ਨਵਾਂ ਸ਼ੋਸ਼ਾ ਉਹਨਾਂ ਨੇ ਛੱਡਿਆ ਕਿ ਜੀ ਅਸੀਂ ਫਿਰ ਆਪਣਾ ਆਨਲਾਈਨ ਨੈੱਟ ਦੇ ਸਰਵੇ ਕਰਾ ਰਹੇ ਹਾਂ, ਉਹ 'ਚ ਮੁੱਖ ਮੰਤਰੀ ਕੌਣ ਬਣਦਾ ਹੈ। ਜੇਕਰ ਉਹਨਾਂ ਦਾ ਕ੍ਰਾਈਟੇਰੀਆ ਇਹ ਸਭ ਐਵੇਂ ਡਰਾਮਾ ਹੈ, ਜੇਕਰ ਇਹ ਕ੍ਰਾਈਟੇਰੀਆ ਤਾਂ ਐਮਐਲਏ ਵੀ ਇੱਦਾਂ ਹੀ ਡਿਸਾਈਡ ਕਰ ਲਓ, ਫਿਰ ਪ੍ਰੋਬਲਮ ਕਿੱਥੇ ਹੈ? ਫਿਰ ਆ ਜਿਹੜਾ ਰੌਲਾ ਪੈਂਦਾ ਹੈ ਕਿ ਜਿਹੜੇ ਉਹਨਾਂ ਦੇ ਮਿੱਤਰ ਦੋਸ਼ ਲਾ ਰਹੇ ਨੇ ਕਿ ਜੀ ਇੱਥੇ ਹੋਰ ਕਈ ਤਰ੍ਹਾਂ ਦੀ ਪ੍ਰੈਕਟਿਸ ਚੱਲਦੀ ਹੈ, ਫਿਰ ਇਹ ਆਉਣ ਹੀ ਨਾ। ਨਹੀਂ, ਇਹਦਾ ਸਵਾਲ ਆ ਵੀ ਹੁੰਦਾ ਨਾ ਕਿ ਦਿੱਲੀ 'ਚ ਤੁਸੀਂ ਇੱਦਾਂ ਕਰਦੇ ਹੋ। ਰੌਲਾ ਤਾਂ ਫਿਰ ਇਹੀ ਹੈ ਨਾ ਕਿ ਜਿਹੜਾ ਕ੍ਰਾਈਟੇਰੀਆ ਆਪਾਂ, ਇਹ ਨਹੀਂ ਹੋ ਸਕਦਾ ਕਿ ਇੱਥੇ ਕੋਈ ਹੋਰ ਕ੍ਰਾਈਟੇਰੀਆ, ਕੱਲ੍ਹ ਨੂੰ ਕੋਈ ਹੋਰ ਕ੍ਰਾਈਟੇਰੀਆ, ਉੱਥੇ ਕੋਈ ਹੋਰ ਹੈ। ਇਸੇ ਕਰਕੇ ਉਸ ਗੱਲ ਦੀ ਜਿਹੜੀ ਚਰਚਾ ਹੁੰਦੀ ਹੈ, ਇਸੇ ਕਰਕੇ ਆਮ ਆਦਮੀ ਪਾਰਟੀ ਤੇ ਹੋਰ ਕਿਸੇ ਸਟੇਟਾਂ 'ਚ ਜੋ ਮਰਜ਼ੀ ਹੋ ਜਾਏ, ਪੰਜਾਬ ਦੇ ਵਿੱਚ ਇੱਕ ਤਾਂ ਇਹ ਹੈ ਕਿ ਜਦੋਂ ਉਹ ਚਾਹੁੰਦੇ ਨੇ ਕੇਜਰੀਵਾਲ ਜੀ ਕਿ ਮੈਨੂੰ ਮੁੱਖ ਮੰਤਰੀ ਬਣਾ ਦਿਓ, ਜਿਵੇਂ ਪਿਛਲੀ ਵਾਰੀ ਮਤਲਬ ਉਹਨਾਂ ਨੇ ਇੱਕ ਸ਼ੋਸ਼ਾ ਛੱਡਿਆ, ਪੰਜਾਬ ਦੇ ਵਿੱਚ ਹਾਲੇ ਮੁੱਖ ਮੰਤਰੀ ਹੈ ਜਿਹੜਾ ਉਹ ਜ਼ਿਆਦਾ ਐਕਸੈਪਟੇਬਲ, ਜਿਹੜੀ ਬਹੁ ਗਿਣਤੀ ਕਮਿਊਨਿਟੀ ਹੈ ਜਿਹਨੂੰ ਅਸੀਂ ਸਿੱਖ ਕਹਿ ਲੈਂਦੇ ਹਾਂ, ਹਾਲ ਦੀ ਘੜੀ ਇਹ ਸਿਚੁਏਸ਼ਨ ਬਣੀ ਹੈ। ਹੋ ਸਕਦਾ ਕੱਲ੍ਹ ਨੂੰ ਕੋਈ ਹੋਰ ਸਿਚੁਏਸ਼ਨ ਬਣ ਜਾਵੇ, ਕੋਈ ਬਣ ਸਕਦੀ ਹੈ। ਦੂਸਰਾ ਇਹ ਹੈ ਕਿ ਜਿਹੜਾ ਇਹ ਕਿਹਾ ਜਾਂਦਾ ਨਾ ਕਿ ਜਿਹੜੇ ਬਾਕੀ ਲੀਡਰ ਨੇ ਕਿਸਾਨਾਂ ਦੇ, ਜਿਹੜੇ ਨੇ ਤਾਂ ਪਹਿਲਾਂ ਕਦੇ ਭਾਗ ਲਿਆ ਹੀ ਨਹੀਂ ਚੋਣਾਂ 'ਚ, ਉਹ ਅੱਜ ਵੀ ਕਹਿੰਦੇ ਨੇ ਕਿ ਅਸੀਂ ਚੋਣਾਂ 'ਚ ਭਾਗ ਨਹੀਂ ਲੈਣਾ। ਜਿਹੜੇ ਇਹ ਨੇ ਸਰਦਾਰ ਰਾਜੇਵਾਲ ਹੋਣ, ਲੱਖੋਵਾਲ ਹੋਣ, ਇਹ ਪਹਿਲਾਂ ਵੀ ਕਿਸੇ ਨਾ ਕਿਸੇ ਤਰ੍ਹਾਂ ਇਲੈਕਸ਼ਨ 'ਚ ਪਾਰਟੀਸਪੇਟ ਕਰਦੇ ਸੀ, ਸਿੱਧੇ ਜਾਂ ਅਸਿੱਧੇ। ਇਹਨਾਂ ਨੂੰ ਇਲੈਕਸ਼ਨ ਲੜਨ ਬਾਰੇ ਜਾਂਚ ਵੀ ਹੈਗੀ ਹੈ ਤੇ ਇਹ ਕੁਛ ਨਾ ਕੁਛ ਜਲਵਾ ਦਿਖਾਉਣਗੇ ਜ਼ਰੂਰ। ਹਾਂ, ਇਹ ਫੇਰ ਹੈ ਕਿ ਜੇਕਰ ਇਹ ਬੜਾ ਵੱਡਾ ਸਵਾਲ ਹੈ ਹਾਲੇ ਪੰਜਾਬ ਦਾ ਕਿ ਜੇ ਖੁਦਾ ਨਖਾਸਤਾ ਹੰਗ ਅਸੈਂਬਲੀ ਆ ਜਾਂਦੀ ਹੈ, ਉਹ ਹੰਗ ਅਸੈਂਬਲੀ ਦੇ ਵਿੱਚ ਬੀਜੇਪੀ ਕੋਲ, ਮੈਂ ਤੁਹਾਨੂੰ ਇਹ ਕਹਿਣਾ ਕਿ ਜੇਕਰ ਹੰਗ ਅਸੈਂਬਲੀ ਆ ਜਾਂਦੀ ਹੈ ਤੇ ਬੀਜੇਪੀ ਕੋਲ 20 ਸੀਟਾਂ ਆ ਜਾਂਦੀਆਂ ਨੇ, ਬੀਜੇਪੀ ਜਾਂ ਬੀਜੇਪੀ ਦੇ ਅਲਾਇੰਸ ਕੋਲ, ਤੇ ਬਾਕੀ ਪਾਰਟੀਆਂ ਨੇ ਜਿਹੜੀਆਂ ਉਹ 30 ਤੋਂ ਨੀਚੇ ਰਹਿ ਜਾਂਦੀਆਂ ਨੇ। ਮੈਨੂੰ ਇਹ ਲੱਗ ਰਿਹਾ ਕਿ ਬੀਜੇਪੀ ਕੋਲ ਇੰਨੀ ਤਾਕਤ ਹੈ, ਉਹਨਾਂ ਨੇ ਸਰਕਾਰ ਬਣਾ। ਪਰ ਮਹਾਰਾਸ਼ਟਰ 'ਚ ਇੱਦਾਂ ਹੋਇਆ ਨਹੀਂ ਸੀ, ਉੱਥੇ ਸ਼ਿਵ ਸੈਨਾ ਤੇ ਕਾਂਗਰਸ ਬਣਾ ਗਈ ਸੀ। ਉਹ ਹੋ ਸਕਦਾ, ਮੈਂ ਕਹਿੰਦਾ, ਮੈਂ ਸ਼ਬਦ ਤੁਹਾਨੂੰ ਹੋ ਸਕਦਾ ਕਹਿਣਾ, ਕਿਉਂਕਿ ਜਿਹੜੇ ਇਹ ਨਵੇਂ ਬੰਦੇ ਆਉਣਗੇ, ਕਿਸਾਨਾਂ ਬਾਰੇ ਤਾਂ ਮੈਂ ਕਹਿ ਨਹੀਂ ਸਕਦਾ,
ਆਮ ਆਦਮੀ ਪਾਰਟੀ ਦਾ ਤਾਂ ਪਿਛਲਾ ਰਿਕਾਰਡ ਹੈ, ਜੇ ਉਹਦੇ ਆਧਾਰ ਤੇ ਆਪਾਂ ਕੁਝ ਥੋੜਾ ਜਿਹਾ ਅੰਕਲਨ ਕਰੀਏ, ਇੱਕ ਵਾਰੀ ਉਹਨਾਂ ਦੇ 4 MP ਜਿੱਤੇ, 2 MP ਸਿੱਧੇ ਬਾਗੀ ਹੋ ਗਏ, ਤੀਜਾ ਥੋੜਾ ਜਿਹਾ ਘੱਟ ਹੋਇਆ, ਕੱਲਾ ਭਗਵੰਤ ਮਾਨ ਰਹਿ ਗਿਆ ਤੇ ਭਗਵੰਤ ਮਾਨ ਜਿੱਤ ਵੀ ਗਿਆ। ਉਸ ਤੋਂ ਬਾਅਦ ਉਹਨਾਂ ਦੇ 21 MLA ਜਿੱਤੇ, 21 ਚੋਂ ਅੱਧ ਤੋਂ ਵੱਧ MLA ਕਿਤੇ ਨਾ ਕਿਤੇ ਚਲੇ ਗਏ। ਇਸ ਕਰਕੇ ਉਹਨਾਂ ਉਹ ਜਾਂ ਤਾਂ ਇਹ ਕਹੀਏ ਕਿ ਉਹ ਬੰਦੇ ਪਾਏਦਾਰ ਨਹੀਂ ਚੁਣਦੇ, ਜਾਂ ਉਹਨਾਂ ਦੀ ਪਾਰਟੀ 'ਚ ਪ੍ਰੋਬਲਮ ਹੈ, ਬੰਦੇ ਵਫਾਦਾਰ ਨਹੀਂ ਰਹਿੰਦੇ, ਕੋਈ ਨਾ ਕੋਈ ਗੱਲ ਤੇ ਹੋਏਗੀ ਨਾ। ਸੋ ਇਸ ਕਰਕੇ ਉਹਦੇ ਵਿੱਚ ਨਾ ਤਾਂ ਲੀਡਰਸ਼ਿਪ ਬਦਲੀ ਹੈ, ਨਾ ਉਹਨਾਂ ਦੀਆਂ ਕੋਈ ਨੀਤੀਆਂ ਬਦਲੀਆਂ ਨੇ। ਸੋ ਇਸ ਕਰਕੇ ਮੈਂ ਤਾਂ ਕਹਿਣਾ ਕਿ ਉੱਥੇ ਐਦਾਂ ਦੀ ਆਵਾਜਾਵੀ ਲੱਗੀ ਰਹਿਣੀ ਹੈ। ਸੋ ਇਸ ਕਰਕੇ ਡਰ ਲੱਗ ਰਿਹਾ ਕਿ ਇਹਦੇ ਵਿੱਚ ਕਾਫੀ ਉਥਲ ਪੁਥਲ ਨਾ ਹੋ ਜੇ, ਰਾਈਟ। ਇਸ ਕਰਕੇ ਹਾਂ, ਜੇ ਕਿਸੇ ਪਾਰਟੀ, ਜੇ ਉਹ ਕੋਈ ਪਾਰਟੀ 50 ਕ੍ਰੋਸ ਕਰ ਜਾਂਦੀ ਹੈ ਤਾਂ ਕੁਦਰਤੀ ਹੈ, ਉਹਨਾਂ ਨੂੰ 9 ਮੈਨੇਜ ਕਰਨੇ ਸੌਖੇ ਨੇ। ਤੁਸੀਂ ਉਹਦੀ ਜਿਹੜੀ ਉਦਾਹਰਣ ਦਿੱਤੀ ਹੈ ਮਹਾਰਾਸ਼ਟਰ ਦੀ, ਪਰ ਉਹਦੇ ਵਿੱਚ ਗੋਆ ਦੀ ਉਦਾਹਰਣ ਵੀ ਤਾਂ ਹੈਗੀ ਹੈ ਨਾ, ਕਈ ਵਾਰੀ ਉਹਨੂੰ ਆਪਾਂ ਭੁੱਲ ਜਾਂਦੇ ਹਾਂ। ਸੋ ਇਸ ਕਿਸਮ ਦੀਆਂ ਉਦਾਹਰਣਾਂ ਹੈਗੀਆਂ ਨੇ, ਕਿਉਂਕਿ BJP ਨੇ ਪਿਛਲੇ ਸਮੇਂ ਦੇ ਵਿੱਚ ਇਸੇ ਗੱਲ ਦਾ ਉਹਨੂੰ ਨੁਕਸਾਨ ਹੋਏਗਾ ਜਿਹੜਾ ਉਹ ਸਮਝ ਨਹੀਂ ਰਹੇ। ਉਹਨਾਂ ਨੇ ਜਿਹੜਾ ਇਖਲਾਕ ਦਾ ਮਾੜਾ ਮੋਟਾ ਪਰਦਾ ਪਾਉਂਦੀਆਂ ਨੇ ਸਾਰੀਆਂ ਰਾਜਨੀਤਿਕ ਪਾਰਟੀਆਂ, ਮੈਂ ਇਹ ਨਹੀਂ ਕਹਿੰਦਾ ਅਖਲਾਕੀ ਤੌਰ 'ਤੇ ਕਿ ਬਾਕੀ ਪਾਰਟੀਆਂ ਬਹੁਤ ਚੰਗੀਆਂ ਨੇ, ਉਹਨਾਂ 'ਚ ਵੀ ਇਸ ਤਰ੍ਹਾਂ ਦੀਆਂ ਪ੍ਰੋਬਲਮ ਨੇ, ਪਰ ਉਹ ਬਿਲਕੁਲ ਹੀ ਚੱਕ ਦਿੱਤਾ। ਜਿਵੇਂ ਕੱਲ੍ਹ ਹੀ ਤੁਸੀਂ ਦੇਖਿਆ ਕਿ ਉਹ ਇੱਕ ਮੰਤਰੀ ਨੇ, ਮੌਰੀਆ ਜੀ ਨੇ ਰਿਜ਼ਾਈਨ ਕੀਤਾ ਤੇ ਨਾਲ ਦੀ ਨਾਲ ਉਹਨਾਂ 'ਤੇ ਕੇਸ ਹੋ ਗਿਆ। ਮਤਲਬ ਉਸ ਤੋਂ ਪਹਿਲਾਂ ਫਿਰ ਮੰਤਰੀ ਕਿਉਂ ਰੱਖਿਆ ਸੀ ਜੀ? ਉਹ ਐਡਾ ਦਾਗੀ ਸੀ, ਐਡਾ ਮਤਲਬ ਪੁਲਿਸ ਉਹਨੂੰ ਫੜਨ ਨੂੰ ਫਿਰਦੀ ਸੀ, ਤੇ ਫਿਰ ਰਿਜ਼ਾਈਨ ਕਿਉਂ ਨਾ ਲੈ ਲਿਆ ਉਦੋਂ ਪਹਿਲਾਂ? ਸੋ ਇਸ ਕਰਕੇ ਉੱਥੇ ਕੋਈ ਇਹ ਜੋੜ ਤੋੜ 'ਚ ਕੋਈ ਬਾਲਾ ਇਖਲਾਕ ਹੁੰਦਾ ਨਹੀਂ। ਇਹਨੂੰ ਬਾਅਦ 'ਚ ਇਹਨਾਂ ਨੂੰ ਕਹੀ ਦੇਣਾ ਹੁੰਦਾ ਵੀ ਦੇਖੋ ਜੀ, ਮੈਂਡੇਟ ਦਾ ਮਤਲਬ ਇਹ ਹੈ ਵੀ ਜਿੱਧਰ ਜ਼ਿਆਦਾ MLA ਉਹ ਮੈਂਡੇਟ ਹੈ, ਉਹ ਲੋਕਾਂ ਨੇ ਉਹ ਫੈਸਲਾ ਦਿੱਤਾ, ਇਹ ਕਰ ਲੈਂਦੇ ਨੇ। ਬਿਲਕੁਲ। ਧਾਲੀਵਾਲ ਸਾਹਿਬ ਸ਼ੁਕਰੀਆ, ਤੁਸੀਂ ਬਹੁਤ ਸੋਹਣਾ ਵਿਸ਼ਲੇਸ਼ਣ ਕੀਤਾ, ਧੰਨਵਾਦ ਜੀ। ਦਰਸ਼ਕੋ, ਸਾਡੇ ਨਾਲ ਬਣੇ ਹੋਏ ਸੀ ਸਿਆਸੀ ਮਾਹਿਰ ਪ੍ਰੋਫੈਸਰ ਅਨੰਦ ਸਿੰਘ ਧਾਲੀਵਾਲ ਸਾਹਿਬ। ਧਾਲੀਵਾਲ ਸਾਹਿਬ ਨੇ ਸਾਰਾ ਕਲੀਅਰ ਕੀਤਾ ਕਿ ਅਸਲ ਦੇ ਵਿੱਚ ਨੁਕਸਾਨ ਕਿੱਥੇ ਕੁ ਹੋਊਗਾ, ਫਾਇਦਾ ਕਿੱਥੇ ਕੁ ਹੋਊਗਾ। ਜਦੋਂ ਚੋਣ ਮੈਦਾਨ ਦੇ ਵਿੱਚ ਸਾਰੇ ਕੈਂਡੀਡੇਟ ਉਤਰ ਆਏ, ਉਸ ਤੋਂ ਬਾਅਦ ਪਿਕਚਰ ਜ਼ਿਆਦਾ ਸਾਫ਼ ਹੁੰਦੀ ਦਿਖਾਈ ਦੇਊਗੀ। ਹੁਣ ਤਾਂ ਕੁਝ ਕਲੀਅਰ ਨਹੀਂ ਹੈਗਾ। ਰਾਜੇਵਾਲ ਸਾਹਿਬ ਦਾ ਚਰੂਨੀ ਸਾਹਿਬ ਨਾਲ ਸਮਝੌਤਾ ਹੁੰਦਾ ਲੱਗਦਾ ਕਿ ਉਹ ਰਹਿ ਗਿਆ, ਦੂਜੇ ਪਾਸੇ ਆਪ ਨਾਲ ਰਹਿ ਗਿਆ। ਐਂ ਤਾਂ ਨਹੀਂ ਕਿਤੇ ਹੋਊਗਾ ਕਿ ਜਿਹੜੀ ਧਿਰਾਂ ਦੀ ਆਪਸ ਦੇ ਵਿੱਚ ਸਮਝੌਤੇ ਦੀ ਗੱਲ ਚੱਲਦੀ ਸੀ, ਸਮਝੌਤਾ ਕਿਸੇ ਦਾ ਹੋਣਾ ਨਹੀਂ, ਇਕੱਲੀ ਉਹ ਧਿਰ ਮੈਦਾਨ ਦੇ ਵਿੱਚ ਹੋਊਗੀ। ਜੋ ਸਾਡੇ ਕੋਲ ਪੋਲੀਟੀਕਲ ਇਨਫੋਰਮੇਸ਼ਨ ਤਾਜ਼ਾ ਹੋਊਗੀ, ਲਗਾਤਾਰ ਆਪਣੇ ਚੈਨਲ ਜਰੀਏ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਾਣਾ ਚੈਨਲ ਪੰਜਾਬੀ ਤੇ। ਧੰਨਵਾਦ।